ਇਹ ਬੇਰੁਖੀ ਜਿਹੜੀ ਹੈ ਨਾ, ਇਹ ਧਿਆਨ ਦੇ ਮਾਰਗ 'ਚ ਹਰ ਇੱਕ ਨੂੰ ਆਉਂਦੀ ਹੈ। ਇਹਨੂੰ ਬਹੁਤਿਆਂ ਨੇ ਅਲੂਣੀ ਸਿਲ ਚੱਟਣ ਵਾਲੀ ਵੀ ਗੱਲ ਕਿਹਾ ਹੈ। ਭਾਵ ਕੀ ਰਸ ਨਹੀਂ, ਬੇਰਸੀ ਬਹੁਤੀ ਹੈ, ਬੇਚੈਨੀ ਬਹੁਤੀ ਹੈ। ਰਸ ਕਦੇ ਕਦਾਈ ਜਦੋਂ ਥੋੜ੍ਹਾ ਜਿਹਾ ਧਿਆਨ ਹਟ ਜਾਵੇ ਬਾਹਰ ਤੋਂ ਹਟਦਾ ਹੈ ਥੋੜ੍ਹੇ ਚਿਰ ਵਾਸਤੇ। ਜਿਵੇਂ ਮਾਈ ਕਹਿ ਰਹੀ ਹੈ ਵੀ ਜਦੋਂ ਮੈਂ ਰਿਕਾਰਡਿੰਗ ਤੁਹਾਡੀ ਸੁਣਦੀ ਹਾਂ ਉਦੋਂ ਥੋੜ੍ਹਾ ਜਿਹਾ ਹਟਦਾ ਹੈ ਧਿਆਨ, ਅਸਰ ਹੁੰਦਾ ਹੈ, ਖਿਆਲ ਬਣ ਜਾਂਦਾ ਹੈ ਵੀ ਸਭ ਕੁਛ ਵਿਅਰਥ ਹੈ, ਠੀਕ ਹੀ ਕਹਿ ਰਹੇ ਹਨ, ਮੈਂ ਉਲਝਣਾਂ 'ਚ ਪਈ ਹੋਈ ਹਾਂ, ਛੱਡੋ ਪਰਾਂ। ਇਹ ਜੁੜ ਜਾਂਦੇ ਹੀ ਅੰਦਰ, ਪਰ ਇਹ ਥੋੜ੍ਹਾ ਚਿਰ ਵਾਸਤੇ ਹੁੰਦਾ ਹੈ। ਬਾਹਰ ਧੀਰੇ ਧੀਰੇ ਫਿਰ ਮਨ ਜਿਹੜਾ ਹੈ ਉਹ ਆਪਣੇ ਪਿੱਛੇ ਤੋਰ ਲੈਂਦਾ ਹੈ। ਕੋਈ ਨਾ ਕੋਈ ਖਿਆਲ ਆ ਗਿਆ ਪਰਿਵਾਰ ਦਾ, ਬੱਚਿਆਂ ਦਾ, ਘਰ ਦਾ, ਕਾਰੋਬਾਰਾਂ ਦਾ, ਕੋਈ ਵੀ ਆ ਗਿਆ, ਕੋਈ ਵੀ ਖਿਆਲ ਜਿਹੜਾ ਉਹ ਬਾਹਰ ਲੈ ਜਾਂਦਾ। ਤੁਸੀਂ ਮਨ ਦੀ ਪੂਛ ਫੜ ਕੇ ਫਿਰ ਬਾਹਰ ਚਲੇ ਜਾਂਦੇ। ਪਰ ਬਾਹਰ ਜਾਂਦੇ ਹੋਏ ਮਨ ਦੀ ਪੂਛ ਫੜ ਕੇ ਵੀ ਤੁਹਾਨੂੰ ਖਿਆਲ ਬਣਿਆ ਰਹਿੰਦਾ ਹੈ ਵੀ ਉਹ ਜੋ ਸੁੱਖ ਸੀ ਨਾ ਚਰਨ ਕਮਲਾਂ ਦਾ, ਚਰਨ ਕਮਲ ਕੀ ਪ੍ਰੀਤ ਕਹੋ, ਕਹੋ ਕੈਸੇ ਅਨੁਮਾਨ। ਇਹ ਸ਼ਾਂਤੀ ਦਾ ਦੇਖੋ, ਮਨ ਦੇ ਤੁਸੀਂ ਪੂਛ ਫੜਦੇ ਹੋ, ਗੁਰੂ ਦੇ ਚਰਨ ਕਮਲ ਫੜਦੇ ਹੋ। ਮਨ ਦੇ ਪਿੱਛੇ ਜਾਂਦੇ ਹੋ ਤੁਸੀਂ, ਗੁਰੂ ਦੇ ਸਾਹਮਣੇ ਸਨਮੁਖ। ਅਤੇ ਜਦੋਂ ਤੁਸੀਂ ਮਨ ਦੇ ਪਿੱਛੇ ਜਾਂਦੇ ਹੋ ਪੂਛ ਫੜ ਕੇ, ਗੁਰੂ ਵੱਲ ਪਿੱਠ ਹੋ ਜਾਂਦੀ, ਤੁਸੀਂ ਮਨਮੁਖ ਹੋ ਗਏ। ਅਤੇ ਮਨਮੁਖ ਹੋ ਕੇ ਵੀ ਉਹ ਜੋ ਸੁੱਖ ਮਾਣਿਆ ਸੀ ਸ਼ਾਂਤੀ ਦਾ, ਗੁਰੂ ਦੇ ਚਰਨਾਂ ਦਾ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਕਹਿਣੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਹੜੇ ਜਾਣਦੇ ਹੈ ਉਹਨਾਂ ਨੂੰ ਪਤਾ ਹੈ। ਅਤੇ ਉਹ ਖਿਆਲ ਵਿੱਚ ਆਉਂਦਾ ਹੈ ਤੁਹਾਡੇ ਵਾਰ-ਵਾਰ। ਉੱਧਰ ਵਿਚਾਰ ਵੀ ਚੱਲਦੇ ਹਨ ਸੰਸਾਰ ਦੇ, ਉੱਧਰ ਇਹ ਵੀ ਖਿਆਲ ਵਿੱਚ ਆਉਂਦਾ ਹੈ ਕਿਉਂਕਿ ਸੁੱਖ ਲਿਆ ਹੈ, ਸ਼ਾਂਤੀ ਦਾ ਰਸ ਆਇਆ ਹੈ। ਪਰ ਸੰਸਾਰ ਦੀ ਕਸ਼ਿਸ਼ ਵੀ ਬਹੁਤ ਜ਼ਬਰਦਸਤ ਹੈ। ਇਹ ਮਾਇਆ, ਇਸੇ ਕਾਰਨ ਕਿਹਾ ਹੈ ਨਾ, ਮਾਇਆ ਮਹਾਂ ਮੋਹਣੀ ਹਮ ਜਾਣੀ, ਮਹਾਂ ਠੱਗਣੀ ਹਮ ਜਾਣੀ। ਕਹਿੰਦੇ ਠੱਗਣੀ ਹੈ, ਠੱਗ ਲੈਂਦੀ, ਤੁਹਾਡੇ ਧਿਆਨ ਨੂੰ ਬਾਹਰ ਖਿੱਚ ਲੈਂਦੀ, ਤੁਹਾਨੂੰ ਹੀ ਬਾਹਰ ਖਿੱਚ ਲੈਂਦੀ, ਖਿੱਚ ਕੇ ਬਾਹਰ ਲੈ ਜਾਂਦੀ, ਸਮੋਹਿਤ ਕਰ ਲੈਂਦੀ। ਇਹੋ ਹੀ ਮਾਇਆ ਹੈ ਅਤੇ ਬਹੁਤ ਢੰਗ ਨਾਲ ਕਰ ਰਹੀ। ਲਹਿਦਾ ਲਹਿਦਾ ਰੂਪ ਹਨ ਮਾਇਆ ਦੇ, ਜਿਹੜੇ ਦੁਆਰਾ ਵੀ, ਜਿਹਦੇ ਕਾਰਨ ਦੁਆਰਾ ਵੀ ਤੁਹਾਡਾ ਧਿਆਨ ਬਾਹਰ ਭਟਕ ਜਾਂਦਾ ਹੈ ਨਾ, ਉਹ ਹੀ ਰੂਪ ਮਾਇਆ ਦਾ। ਅਤੇ ਅਨੰਤ ਰੂਪ ਹਨ ਮਾਇਆ ਦੇ। ਮਾਇਆ ਵੀ ਸੰਸਾਰ ਵਿੱਚ ਤੁਸੀਂ ਰਹਿ ਰਹੇ ਹੋ, ਚਾਰ ਚੁਫੇਰੇ ਹੀ ਤੁਹਾਡੇ ਜਿਹੜੇ ਰਹਿ ਰਹੇ ਹਨ ਉਹ ਵੀ ਮਾਇਆ ਦੇ ਪਿੱਛੇ ਹੀ ਜਾ ਰਹੇ ਹਨ, ਮਨ ਦੇ ਪਿੱਛੇ ਹੀ ਲੱਗੇ ਹੋਏ ਹਨ, ਕਹਿ ਮਨਮੁਖ ਹਨ। ਹਾਂ, ਗੁਰਮੁਖਾਂ ਦੀ ਸੰਗਤ ਜ਼ਿਆਦਾ ਮਿਲਦੀ ਰਹੇ ਫਿਰ ਜ਼ਿਆਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਗੁਰਮੁਖ ਜਿਹੜੇ ਹਨ ਉਹਨਾਂ ਨੇ ਗੁਰਮੁਖਾਂ ਵਾਲੀਆਂ ਗੱਲਾਂ ਥੋੜ੍ਹੀਆਂ ਥੋੜ੍ਹੀਆਂ ਕਰਨੀਆਂ, ਅਤੇ ਇਸ ਕਰਕੇ ਥੋੜ੍ਹਾ ਥੋੜ੍ਹਾ ਧਿਆਨ ਬਾਹਰੋਂ ਹਟਿਆ ਰਹੇਗਾ। ਜਿਹੜੇ ਮਨਮੁਖ ਹਨ ਉਹਨਾਂ ਨੇ ਮਨਮੁਖਾਂ ਵਾਲੀਆਂ ਗੱਲਾਂ ਕਰਨੀਆਂ। ਜਿਵੇਂ ਇਵੇਂ ਸਮਝ ਲਓ ਤੁਸੀਂ ਕਿਸੇ ਵੀ ਘਰ ਚਲੇ ਗਏ, ਕਿਸੇ ਪਰਿਵਾਰ ਨੂੰ ਮੈਂਬਰ ਨੂੰ ਮਿਲਣ ਵਾਸਤੇ ਜਾਂ ਯਾਰ ਦੋਸਤ ਦੇ ਕਿਸੇ ਦੇ ਵੀ ਚਲੇ ਗਏ, ਉਹ ਗੱਲਾਂ ਕਿਹੜੀਆਂ ਕਰਦੇ ਹਨ? ਕਾਰੋਬਾਰ ਦੀਆਂ। ਪਹਿਲਾਂ ਤੁਹਾਡੇ ਪਰਿਵਾਰ ਦਾ ਹਾਲ ਚਾਲ ਪੁੱਛਣਗੇ, ਬੱਚਿਆਂ ਦਾ ਪੁੱਛਣਗੇ, ਪੜ੍ਹਾਈ ਲਿਖਾਈ ਚੰਗੀ ਤਰ੍ਹਾਂ ਕਰਦੇ ਹਨ ਕਿ ਨਹੀਂ, ਧਿਆਨ ਰੱਖੇ ਬੱਚਿਆਂ ਦਾ। ਉਹ ਜੋ ਵੀ ਗੱਲਾਂ ਕਰਨਗੇ ਸੰਸਾਰ ਨਾਲ ਜੋੜਨ ਦੀਆਂ ਕਰਨਗੇ, ਜਿਹੜਾ ਵੀ ਤੁਹਾਨੂੰ ਸੰਸਾਰੀ ਮਿਲੂਗਾ। ਇਸੇ ਕਾਰਨ ਹੀ ਕਿਹਾ ਹੈ ਨਾ, ਮਨਮੁਖਾਂ ਦੀ ਸੰਗਤ ਨਾਲ ਜੋ ਨਾ ਭਜਨਤੇ ਨਾਰਾਇਣ ਤਿਨਕੇ ਨਾ ਮੈਂ ਕਰੂੰ ਦਰਸ਼ਨ। ਦਰਸ਼ਨ ਕਰਨ ਨੂੰ ਕੋਈ ਪਾਪ ਨਹੀਂ ਹੈ, ਭਾਵ ਕਿ ਜਿਹੜਾ ਇਹ ਪੱਕਾ ਨਹੀਂ ਹੈ
ਉਹ ਇੱਕਦਮ ਭਟਕ ਜਾਂਦਾ ਹੈ, ਦਰਸ਼ਨ ਕਰਕੇ ਉਹਦੇ ਪਿੱਛੇ ਤੁਰ ਪੈਂਦਾ ਹੈ। ਭਟਕਾਉਣ ਵਾਲੇ ਹੀ ਹਨ ਚਾਰ ਚੁਫੇਰੇ, ਅਤੇ ਸਾਰੇ ਹੀ ਸੰਸਾਰ ਵੱਲ ਨੂੰ ਪ੍ਰੇਰਨ ਵਾਲੇ ਹਨ। ਕੱਲ੍ਹ ਹੀ ਮੈਂ ਕਹਿ ਰਿਹਾ ਸੀ ਨਾ, ਸਾਰੇ ਜੀਵਨ ਦੀ ਵਾਸ਼ਨਾ ਨਾਲ ਭਰੇ ਹਨ ਅਤੇ ਤੁਹਾਨੂੰ ਵੀ ਜੀਵਨ ਦੀ ਵਾਸ਼ਨਾ ਨਾਲ ਭਰਦੇ ਹਨ। ਸਭ ਚਾਰ ਚੁਫੇਰੇ ਜਿਹਦੇ ਕੋਲ ਵੀ ਜਾਓਗੇ ਤੁਸੀਂ, ਇੱਕ ਸਤਿਗੁਰੂ ਹੀ ਐਸਾ ਹੈ ਜਿਹੜਾ ਜੀਵਨ ਦੀ ਵਾਸ਼ਨਾ ਤੋਂ ਮੁਕਤ ਕਰਦਾ ਹੈ। ਇਸ ਕਰਕੇ ਉਹ ਗੱਲ ਉਲਟੀ ਕਹਿੰਦਾ ਹੈ। ਉਹ ਕਹਿੰਦਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ, ਉਹ ਸਭਨ ਕੀ ਰੇਣ ਕਾ ਤਾਓ ਹਮਾਰੇ ਪਾਸ। ਇਹ ਸੰਸਾਰੀ ਨਹੀਂ ਕਹਿੰਦੇ ਹਨ। ਸੰਸਾਰੀ ਕਹਿੰਦੇ ਹਨ ਵੀ ਅਗਰ ਮੇਰੇ ਨਾਲ ਰਹਿਣਾ ਹੈ, ਮੇਰੇ ਨਾਲ ਜੀਵਨ ਜੀਣਾ ਹੈ ਸੁਖਪੂਰਕ ਮਜ਼ੇ ਨਾਲ, ਅਤੇ ਕਬੂਲ ਕਰ ਲੈ। ਆਮ ਸਧਾਰਨ ਪਤੀ ਇਹੋ ਕਹਿੰਦਾ ਨਾ, ਮੇਰੇ ਨਾਲ ਰਹਿਣਾ ਕਬੂਲ ਕਰ, ਜੀਵਨ ਜੀਣਾ ਕਬੂਲ ਕਰ ਮੇਰੇ ਨਾਲ। ਜੀਣ ਵਾਸਤੇ ਕਹਿੰਦੇ ਹਨ ਨਾ, ਜੀਵਨ ਜੀਣ ਵਾਸਤੇ, ਜੀਣਾ ਕਬੂਲ ਕਰ ਮੇਰੇ ਨਾਲ। ਉਹ ਕਹਿੰਦੀ ਆ ਕਬੂਲ ਹੈ, ਕਬੂਲ ਹੈ, ਕਬੂਲ ਹੈ। ਪਰ ਪਰਮਾਤਮਾ ਦੇ ਪਿਆਰੇ ਕੀ ਕਹਿੰਦੇ ਹਨ? ਉਹ ਕਹਿੰਦੇ ਹਨ ਸਾਡੇ ਨਾਲ ਮਰਨਾ ਕਬੂਲ ਕਰ ਲੈ, ਪਹਿਲਾ ਮਰਨ ਕਬੂਲ। ਅਤੇ ਅਗਰ ਤੁਸੀਂ ਕਬੂਲ ਕਰ ਲਿਆ ਮਰਨਾ, ਅਤੇ ਤੁਹਾਨੂੰ ਮਰਨ ਦੀ ਕਲਾ ਸਿਖਾਈ ਜਾਵੇਗੀ। ਅਤੇ ਐਸੀ ਮਰਨੀ ਜੋ ਮਰੈ ਫਿਰ ਬਹੁਰ ਨਾ ਮਰਨਾ ਹੋਏ। ਇਹੋ ਜਿਹੀ ਮਰਨ ਦੀ ਕਲਾ ਤੁਹਾਨੂੰ ਸਿਖਾਵਾਂਗੇ ਨਾ, ਦੁਬਾਰਾ ਮਰਨਾ ਹੋਵੇਗਾ ਹੀ ਨਹੀਂ, ਹੁੰਦਾ ਹੀ ਨਹੀਂ ਹੈ। ਮਰਨੇ 'ਤੇ ਹੀ ਪਾਈਏ ਪੂਰਨ ਪਰਮਾਨੰਦ। ਦੇਖੋ, ਤੁਸੀਂ ਕਹਿੰਦੇ ਹੋ ਜੀਵਨ ਦੇ ਵਿੱਚ ਆਨੰਦ ਹੈ, ਸਾਰੇ ਹੀ ਕਹਿੰਦੇ ਹਨ। ਜੀਵਨ ਦੀ ਜਾਚ ਸਿਖਾਉਂਦੇ ਹਨ ਸਾਰੇ, ਜੀਵਨ ਦੀ ਕਲਾ ਸਿਖਾ ਰਹੇ ਆ, ਜਿਉਣਾ ਸਿਖਾ ਰਹੇ ਹਨ। ਇਹੋ ਹੀ ਕਹਿ ਰਹੇ ਹਨ ਵੀ ਆਓ ਤੁਮੇ ਜੀਣਾ ਸਿਖਾਤੇ, ਅਤੇ ਸਾਰੇ ਹੀ ਸਿਖਾ ਰਹੇ, ਅਤੇ ਜੀਣ ਵਾਸਤੇ ਹੀ ਨਾਲ ਰੱਖਦੇ ਆ, ਜੀਵਨ ਦੀ ਵਾਸ਼ਨਾ ਨਾਲ ਭਰੇ ਹੋਏ। ਅਤੇ ਗੁਰੂ ਹੀ ਇੱਕ ਉਲਟਾ ਹੈ ਸੰਸਾਰ ਨੂੰ। ਉਹ ਕਹਿੰਦਾ ਹੈ ਆਓ ਮਰਨਾ ਕਬੂਲ ਕਰਕੇ, ਮੈਂ ਮਰਨ ਦੀ ਕਲਾ ਸਿਖਾਉਣਾ ਹਾਂ, ਅਤੇ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋ। ਫਿਰ ਇਹ ਆਨੰਦ ਮਰ ਕੇ ਹੀ ਪਤਾ ਲੱਗਦਾ। ਫਿਰ ਤਰਸ ਆਊਗਾ, ਤੁਹਾਨੂੰ ਵੀ ਤਰਸ ਆਊਗਾ ਵੀ ਪਹਿਲਾਂ ਕਿਉਂ ਨਹੀਂ ਮਰ ਗਏ, ਵੀ ਇੰਨੀ ਬੇਚੈਨੀ 'ਚ, ਇੰਨੀ ਪਰੇਸ਼ਾਨੀ 'ਚ ਜੀਵਨ ਜੀ। ਦੇਖੋ ਤੁਸੀਂ ਜੀਵਨ ਜੀ ਰਹੇ ਹੋ ਅਤੇ ਜੀਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਜੀ ਥੋੜ੍ਹੀ ਰਹੇ ਹੋ, ਮਰ ਰਹੇ ਹੋ। ਇਹ ਵੀ ਕੋਈ ਜੀਵਨ? ਰੋਜ਼ ਰੋਜ਼ ਮਰੀ ਜਾਂਦੇ। ਅਤੇ ਜਿੰਨਾ ਤੁਸੀਂ ਜੀਣ ਦੀ ਕੋਸ਼ਿਸ਼ ਕਰਦੇ ਹੋ ਜੀਵਨ ਖੁਸ਼ੀ ਨਾਲ, ਸੁੱਖ ਨਾਲ, ਆਨੰਦ ਨਾਲ, ਮਜ਼ੇ ਨਾਲ, ਓਨਾ ਹੀ ਆਦਮੀ ਜੀਵਨ ਤੋਂ ਹਾਰ ਰਿਹਾ ਹੈ। ਕਿਉਂਕਿ ਉਹਦੇ ਨਾਲ ਜੁੜ ਰਿਹਾ ਹੈ ਜਿਹਦੇ ਨਾਲ ਜੁੜ ਕੇ ਜੀਵਨ ਜੀਆ ਨਹੀਂ ਜਾ ਸਕਦਾ। ਆ ਸੱਤ ਨਾਲ ਜੁੜ ਕੇ ਵੀ ਕੋਈ ਜੀਵਨ ਜੀਆ ਜਾ ਸਕਦਾ, ਝੂਠ ਨਾਲ ਜੁੜ ਕੇ ਵੀ। ਤੁਸੀਂ ਰਾਤ ਨੂੰ ਸੁਪਨਾ ਦੇਖੀ ਜਾਓ, ਉਹ ਵੀ ਕੋਈ ਜੀਵਨ। ਸੁਪਨੇ ਨੂੰ ਦੇਖਣਾ, ਸੁਪਨੇ ਨੂੰ ਸੋਚਣਾ, ਸੁਪਨੇ ਨੂੰ ਭੋਗਣਾ ਵੀ ਕੋਈ ਜੀਵਨ। ਸੱਚ ਨੂੰ ਭੋਗਣਾ ਜੀਵਨ ਹੈ। ਜਿਵੇਂ ਇੱਕ ਪਰਮ ਪੁਰਖ ਨੂੰ ਕਿਸੇ ਨੇ ਪੁੱਛਿਆ ਸੀ ਨਾ, ਤੁਸੀਂ ਮਹਾਂ ਤਿਆਗੀ ਹੋ, ਦੇਖੋ ਸਾਰਾ ਸੰਸਾਰ ਤਿਆਗ ਕੇ ਤੁਸੀਂ ਆ ਗਏ। ਉਹ ਹੱਸ ਕੇ ਕਹਿਣ ਲੱਗਾ ਵੀ ਮੈਂ ਤਿਆਗੀ ਨਹੀਂ ਹਾਂ, ਤਿਆਗੀ ਤੁਸੀਂ ਹੋ। ਉਹ ਭਗਤ ਕਹਿਣ ਲੱਗਾ ਜਿਹੜਾ ਮਿਲਣ ਵਾਸਤੇ ਆਇਆ ਵੀ ਅਸੀਂ ਤਿਆਗੀ ਨਹੀਂ, ਅਸੀਂ ਤਾਂ ਗ੍ਰਸਤੀ ਹੀ ਹਾਂ, ਕਾਰੋਬਾਰਾਂ ਵਾਲੇ ਹਾਂ, ਅਸੀਂ ਤਿਆਗੀ ਥੋੜ੍ਹੀ, ਅਸੀਂ ਤਾਂ ਭੋਗੀ ਹਾਂ। ਸਾਧੂ ਕਹਿੰਦਾ ਨਹੀਂ, ਗੱਲ ਉਲਟੀ, ਵਾਸਤਵਿਕ ਭੋਗ ਅਸੀਂ ਭੋਗ ਰਹੇ ਹਾਂ। ਤੁਸੀਂ ਅੰਮ੍ਰਿਤ ਛੱਡ ਕੇ ਜ਼ਹਿਰ ਪੀ ਰਹੇ ਹੋ, ਭੋਗ ਕਿੱਧਰ ਰਹੇ ਹੋ? ਨਰਕਾਂ ਨੂੰ ਜਾ ਰਹੇ ਹੋ, ਤੜਫ ਰਹੇ ਹੋ, ਭੋਗ ਥੋੜ੍ਹੀ ਰਹੇ ਹੋ। ਇਹ ਵੀ ਕੋਈ ਭੋਗ ਹੈ?
ਤੇ ਸੰਸਾਰ ਦੇ ਵਿੱਚ ਜਿਹੜੇ ਭੋਗ ਰਹੇ ਹਨ ਤੇ ਉਹ ਕੋਈ ਭੋਗ ਥੋੜ੍ਹੀ ਹੈ। ਪਰ ਆਦ ਮੈਨੂੰ ਲੱਗਦਾ ਹੈ ਕਿ ਮੈਂ ਸੁਖੀ, ਤੇ ਸੰਸਾਰ ਦੇ ਵਿੱਚ ਸੁੱਖ ਦੀ ਵਾਸ਼ਨਾ ਕਰਕੇ ਆਦਮੀ ਜਾਂਦਾ ਹੈ। ਪਰ ਜਿਹਨੂੰ ਅੰਦਰਲਾ ਥੋੜ੍ਹਾ ਜਿਹਾ ਵੀ ਰਸ ਮਿਲ ਜਾਂਦਾ ਹੈ ਨਾ, ਉਹ ਫਿਰ ਬਾਹਰ ਜਦੋਂ ਜਾਵੇਗਾ ਫਿਰ ਉਹਨੂੰ ਬੜੀ ਬੇਚੈਨੀ ਹੋਵੇਗੀ, ਜਿਵੇਂ ਇਸ ਸਮਾਜ ਨੂੰ ਹੋ ਰਹੀ, ਬੜੀ ਬੇਰੁਖੀ ਹੋਵੇਗੀ। ਅਤੇ ਇਹ ਬੇਰੁਖੀ ਨੂੰ ਹੀ ਸਾਧਨਾ ਸਮਝੋ। ਜਦੋਂ ਬੇਰੁਖੀ ਹੁੰਦੀ ਹੈ ਤਾਂ ਸਮਝ ਲਓ ਤੁਸੀਂ ਬਾਹਰ ਉਲਝ ਗਏ, ਬਾਹਰ ਵਿਚਾਰ ਚੱਲ ਪਏ ਤੁਹਾਡੇ ਸੰਸਾਰ ਦੇ, ਤੁਸੀਂ ਸੰਸਾਰ ਨਾਲ ਲੱਗ ਗਏ, ਤੁਹਾਡੇ ਅੰਦਰ ਰੋਗ ਪੈਦਾ ਹੋ ਗਿਆ, ਤੁਸੀਂ ਰੋਗ ਦੇ ਨਾਲ ਜੁੜ ਗਏ। ਫਿਰ ਹਟੋ, ਫਿਰ ਪਿੱਛੇ ਮੁੜੋ। ਐਸਾ ਪ੍ਰੇਮ ਦੇ ਮਾਰਗ 'ਤੇ ਚੱਲਣ ਵਾਲਿਆਂ ਨੂੰ ਵੀ ਹੁੰਦਾ ਹੈ। ਜਦੋਂ ਉਹਨਾਂ ਨੂੰ ਗਹਿਰਾ ਪ੍ਰੇਮ ਹੁੰਦਾ ਹੈ, ਭਾਵਨਾ ਹੁੰਦੀ ਹੈ ਨਾ, ਉਦੋਂ ਉਹਨਾਂ ਦਾ ਮਨ ਸ਼ਾਂਤ ਹੁੰਦਾ ਹੈ। ਪ੍ਰੇਮ ਦੇ ਵਿੱਚ ਅਕਸਰ ਸ਼ਾਂਤ ਹੋ ਜਾਂਦਾ, ਤਾਂ ਉਹ ਪ੍ਰੇਮ ਸਦਾ ਨਹੀਂ ਬਣਿਆ ਰਹਿੰਦਾ, ਕਿਉਂਕਿ ਮਨ ਇੱਕੋ ਜਿਹਾ ਨਹੀਂ ਰਹਿੰਦਾ। ਫਿਰ ਨੈਗੇਟਿਵ ਮਨ ਚੱਲ ਪੈਂਦਾ ਹੈ, ਦੂਸਰਾ ਪੱਖ ਆ ਜਾਂਦਾ ਹੈ ਘਿਰਣਾ ਵਾਲਾ, ਫਿਰ ਉਲਟੇ ਵਿਚਾਰ ਸ਼ੁਰੂ ਹੋ ਜਾਂਦੇ ਨੇ, ਪ੍ਰੇਮ ਦੀ ਜਗ੍ਹਾ ਘਿਰਣਾ, ਫਿਰ ਦੁਸ਼ਮਣ ਲੱਗਣਾ ਸ਼ੁਰੂ ਹੋ ਜਾਂਦਾ ਹੈ। ਬੜਾ ਹੀ ਨਾਰਾਜ਼ਗੀ ਹੁੰਦੀ ਹੈ। ਕਈਆਂ ਨੇ ਮੈਨੂੰ ਕਿਹਾ ਵੀ ਹੈ ਕਿ ਕਈ ਵਾਰਾਂ ਤਾਂ ਐਸੀਆਂ ਗੱਲਾਂ ਤੁਹਾਡੇ ਬਾਰੇ ਮਨ ਸੋਚ ਲੈਂਦਾ, ਬਹੁਤ ਨਾਰਾਜ਼, ਵਿਸ਼ਾਦ। ਮੈਂ ਕਿਹਾ ਵੀ ਇਹ ਵੀ ਹੋਵੇਗਾ, ਦੂਸਰਾ ਪੱਖ ਵੀ ਆਵੇਗਾ, ਘਿਰਣਾ ਨਾਲ ਵੀ ਤੁਸੀਂ ਭਰੋਗੇ। ਫਿਰ ਘਿਰਣਾ ਨਾਲ ਭਰ ਕੇ ਬਾਅਦ ਦੇ ਵਿੱਚ ਫਿਰ ਤਰਸ ਆਉਂਦਾ ਹੈ, ਇਹ ਬੰਦਾ ਕੋਈ ਬੁਰੀ ਗੱਲ ਤਾਂ ਕਹਿ ਨਹੀਂ ਰਿਹਾ, ਸਾਡੇ ਭਲੇ ਵਾਸਤੇ ਹੀ ਕਹਿ ਰਿਹਾ। ਦੇਖੋ, ਅਕਾਰਨ ਹੀ ਸਾਡਾ ਸਾਰਿਆਂ ਦਾ ਭਲਾ ਕਰ ਰਿਹਾ, ਕੁਛ ਲੈਂਦਾ ਵਾ। ਫਿਰ ਦਇਆ ਆਉਣੀ ਸ਼ੁਰੂ ਹੋ ਜਾਊਗੀ, ਫਿਰ ਉਹ ਦਇਆ ਦੇ ਵਿੱਚੋਂ ਫਿਰ ਪ੍ਰੇਮ ਸ਼ੁਰੂ ਹੋ ਜਾਵੇਗਾ, ਫਿਰ ਪ੍ਰੇਮ ਵਾਲਾ ਪੱਖ ਆ ਜਾਵੇਗਾ। ਅਤੇ ਜਦੋਂ ਘਿਰਣਾ ਵਾਲਾ ਆਵੇਗਾ ਉਦੋਂ ਬੜੀ ਬੇਚੈਨੀ ਹੋਵੇਗੀ, ਬੜੀ ਤੜਫ ਹੋਵੇਗੀ, ਅਤੇ ਘਿਰਣਾ ਤੋਂ ਬਾਅਦ ਬੜਾ ਵਿਸ਼ਾਦ ਹੋਵੇਗਾ, ਰੋਣਾ ਆਵੇਗਾ ਕਿ ਬਹੁਤ ਬੁਰਾ ਕੀਤਾ, ਭਲੇ ਪੁਰਸ਼ ਬਾਰੇ ਇੰਨਾ ਬੁਰਾ ਸੋਚਿਆ, ਕਿਉਂ ਸੋਚਿਆ। ਅਤੇ ਫਿਰ ਦੂਸਰਾ ਪੱਖ ਆਵੇਗਾ। ਇੱਦਾਂ ਹੀ ਧਿਆਨ ਦੇ ਮਾਰਗ 'ਤੇ ਚੱਲਣ ਵਾਲੇ ਨੂੰ ਵੀ ਹੋਵੇਗਾ। ਜਦੋਂ ਉਹਦਾ ਮਨ ਸ਼ਾਂਤ ਹੋਵੇਗਾ ਤਾਂ ਉਹਨੂੰ ਰਸ ਆਵੇਗਾ, ਅਤੇ ਜਦੋਂ ਵਿਚਾਰਾਂ ਦੇ ਵਿੱਚ ਪੈ ਗਿਆ, ਸੰਸਾਰ ਵਿੱਚ ਉਲਝ ਗਏ, ਫਿਰ ਬੇਚੈਨੀ ਹੋਵੇਗੀ। ਪਰ ਜਿਹੜੀ ਬੇਚੈਨੀ ਹੋ ਰਹੀ ਉਹ ਤੁਹਾਨੂੰ ਦੱਸ ਰਹੀ ਹੈ ਵੀ ਤੁਸੀਂ ਬੇਚੈਨ ਕਿਉਂ ਹੋ, ਤੁਸੀਂ ਹੋਸ਼ ਰੱਖੋ। ਜਦੋਂ ਤੁਸੀਂ ਸੰਸਾਰ ਦੇ ਵਿਚਾਰਧਾਰਾ ਦੇ ਨਾਲ ਜੁੜ ਗਏ ਉਦੋਂ ਬੇਚੈਨ ਹੋ ਜਾਂਦੇ, ਅਤੇ ਹੌਲੀ ਹੌਲੀ ਵਿਚਾਰਧਾਰਾ ਨੂੰ ਘੱਟ ਕਰੋ। ਘੱਟ ਕਰਨ ਵਾਸਤੇ ਜੋ ਵੀ ਉਪਾਅ ਹੈ ਤੁਸੀਂ ਵਰਤ ਸਕਦੇ ਹੋ। ਅਗਰ ਤੁਸੀਂ ਥੋੜ੍ਹੀ ਜਿਹੀ ਦੂਰੀ ਰੱਖਣੀ ਚਾਹੋ, ਜਿੰਨਾ ਕਰਕੇ ਤੁਹਾਡੇ ਵਿਚਾਰ ਉਲਝ ਰਹੇ ਹਨ, ਤਾਂ ਦੂਰੀ ਕਰ ਲਓ, ਹੌਸਲਾ ਰੱਖੋ। ਸੰਸਾਰੀ ਲੋਕ ਨਹੀਂ ਨਿਕਲਣ ਦੇਣਗੇ ਤੁਹਾਨੂੰ ਹਿੰਮਤ ਦੇ ਨਾਲ ਨਿਕਲਣਾ ਪਵੇਗਾ ਸੰਸਾਰ ਵਿੱਚੋਂ। ਇਸੇ ਕਰਕੇ ਮੈਂ ਕਹਿੰਦਾ ਨਾ, ਸਾਹਸ ਹੋਣਾ ਚਾਹੀਦਾ। ਅਤੇ ਥੋੜ੍ਹਾ ਪਹਿਲਾਂ ਕਿਨਾਰੇ ਹਟੋ, ਇੱਕਦਮ ਨਾ ਨੱਠ ਆਓ, ਹੌਲੀ ਹੌਲੀ ਘਰ ਦੇ ਵਿੱਚ ਇੱਕ ਕਮਰਾ ਲੈ ਲਓ ਜਾਂ ਇੱਕ ਸਾਈਡ 'ਤੇ ਬੈਠ ਲਓ, ਕਿਤੇ ਵੀ ਜਿੱਥੇ ਧਿਆਨ ਤੁਹਾਡਾ ਬਾਹਰ ਨਾ ਜਾਵੇ ਕਿਸੇ ਕਾਰਨ ਕਰਕੇ। ਅਤੇ ਹਰ ਕੋਈ ਨਾ ਕੋਈ ਤਰੀਕਾ ਵਰਤ ਸਕਦਾ। ਅਤੇ ਹੌਲੀ ਹੌਲੀ ਅਗਰ ਤੁਸੀਂ ਕੋਸ਼ਿਸ਼ ਕਰਦੇ ਰਹੇ ਬਾਹਰੋਂ ਧਿਆਨ ਹਟਾਉਣ ਦੀ, ਅਤੇ ਹੌਲੀ ਹੌਲੀ ਇਹ ਧਿਆਨ ਜਿਹੜਾ ਹੈ ਨਾ ਆਪਣੇ ਮੂਲ ਕੇਂਦਰ ਵੱਲ ਆਉਣਾ ਸ਼ੁਰੂ ਹੋ ਜਾਊਗਾ। ਇਹ ਹੌਲੀ ਹੌਲੀ ਟਿਕੇਗਾ। ਕਾਹਲੀ ਨਾ ਕਰੋ, ਖਿਆਲ ਵਿੱਚ ਰੱਖੋ। ਜਿੰਨੀ ਕਾਹਲੀ ਕਰੋਗੇ ਉਨੀ ਜ਼ਿਆਦਾ ਬੇਚੈਨ ਹੋਵੋਗੇ ਵੀ ਛੇਤੀ ਛੇਤੀ ਬਾਹਰੋਂ ਹਟ ਜਾਵੇ। ਛੇਤੀ ਛੇਤੀ ਨਹੀਂ ਹਟੇਗਾ। ਧੀਰਜ ਰੱਖੋ, ਧੀਰਜ ਧਾਮ ਬਣਾਏ ਹੈ ਤਨ, ਬੁੱਧ ਸੰਦੀਪਕ ਜਿਉਂ ਜਿਆਰੇ। ਹੌਲੀ ਹੌਲੀ ਸ਼ੁੱਧ ਹੁੰਦਾ ਹੈ ਨਾ ਸੋਨਾ, ਇੱਕਦਮ ਥੋੜ੍ਹੀ ਕੁਠਾਲੀ 'ਚ ਪਾ ਦਿਓ। ਅਤੇ ਇਹ ਤਪਸ਼ ਹੈ ਬਹੁਤ ਬੁਰੀ, ਖਿਆਲ ਵਿੱਚ ਰੱਖੋ। ਇਹ ਤੜਫਣ ਬਹੁਤ ਬੁਰੀ ਹੈ, ਅੱਧ ਵਿਚਾਲੇ, ਨਾ ਉਹ ਪਾਸਾ ਮਿਲਿਆ ਨਾ ਉਹ ਪਾਸਾ ਮਿਲਿਆ। ਆਦਮੀ ਸੋਚਦਾ ਹੈ ਵੀ ਪਤਾ ਨਹੀਂ ਮਿਲਣਾ ਹੀ ਨਹੀਂ। ਇਸੇ ਕਾਰਨ ਕਈ ਵਾਪਸ ਮੁੜ ਆਉਂਦੇ ਹਨ, ਬਹੁਤੇ ਅਭਿਆਸੀ ਵਾਪਸ ਮੁੜ ਜਾਂਦੇ ਹਨ ਇਸ ਬੇਚੈਨੀ। ਫਿਰ ਅਤੇ ਖਿਆਲ ਰੱਖੋ, ਇਹ ਬੇਚੈਨੀ ਵੀ ਸਵੀਕਾਰ ਕਰੋ।
ਇਹ ਵੀ ਆਉਣੀ ਹੈ। ਇਹ ਧਿਆਨ ਹੌਲੀ ਹੌਲੀ ਹਟਣਾ ਹੈ। ਅਤੇ ਜਿੰਨਾ ਜਿੰਨਾ ਤੁਹਾਡਾ ਧਿਆਨ ਸੰਸਾਰ ਵਿੱਚ ਲੱਗਦਾ ਹੈ, ਤੁਹਾਨੂੰ ਖਿਆਲ ਵਿੱਚ ਆਉਂਦੀ ਹੈ ਵੀ ਬੇਚੈਨੀ ਹੋ ਰਹੀ ਹੈ, ਅਤੇ ਹਟਾਓ। ਫਿਰ ਲੱਗ ਗਿਆ, ਫਿਰ ਹਟਾਓ, ਫਿਰ ਲੱਗ ਗਿਆ, ਫਿਰ ਹਟਾਓ। ਹੌਲੀ ਹੌਲੀ ਕੋਸ਼ਿਸ਼ ਕਰਦੇ ਰਹੋ, ਖਿਆਲ ਰੱਖਦੇ ਰਹੋ। ਅਤੇ ਬੇਚੈਨੀ ਦੇ ਕਾਰਨ ਬੇਚੈਨ ਨਾ ਹੋ। ਬੇਚੈਨੀ ਦਾ ਕਾਰਨ ਨਾ ਬਣਾਓ ਵੀ ਮੈਂ ਬੇਚੈਨ ਕਿਉਂ ਹਾਂ। ਨਹੀਂ, ਬੇਚੈਨੀ ਨੂੰ ਵੀ ਸਵੀਕਾਰ ਕਰੋ ਵੀ ਇਹ ਵੀ ਮਾਰਗ ਦਾ ਹਿੱਸਾ। ਕੋਈ ਨਹੀਂ, ਆ ਰਹੀ ਹੈ ਅਤੇ ਆਉਣ ਦਿਓ। ਸ਼ੁਭ ਹੀ ਹੈ, ਇਹਦੇ ਨਾਲ ਮੈਨੂੰ ਪਤਾ ਲੱਗ ਰਿਹਾ ਕਿ ਮੈਂ ਬੇਚੈਨ ਕਿਉਂ ਹਾਂ, ਪਰੇਸ਼ਾਨ ਕਿਉਂ ਹਾਂ। ਅਤੇ ਰੁਕੀ ਹੋਈ ਨਹੀਂ ਹੈ, ਤੂੰ ਰੁਕ ਸਕਦੀ ਹੈ ਇੱਥੇ ਮਾਈ। ਤੂੰ ਅੱਗੇ ਵੀ ਜਾ ਸਕਦੀ ਹੈ, ਅਤੇ ਅੱਗੇ ਜਾਣ ਵਾਸਤੇ ਤੈਨੂੰ ਸਵੀਕਾਰ ਕਰਨਾ ਪਵੇਗਾ। ਅਤੇ ਪਿੱਛੇ ਵੀ ਜਾ ਸਕਦੀ ਹੈ ਸੰਸਾਰ ਵੱਲ। ਫਿਰ ਪਰ ਜਿਹਨੇ ਰਸ ਚੱਖ ਲਿਆ ਹੋਵੇ ਨਾ ਥੋੜ੍ਹਾ ਜਿਹਾ ਵੀ ਵਾਸਤਵਿਕ ਦੇ ਵਿੱਚ ਸ਼ਾਂਤੀ ਦਾ, ਅੰਦਰ ਦਾ, ਜਿਹਨੂੰ ਕਿਹਾ ਹੈ ਭਗਤਾਂ ਸਦਾ ਵਿਗਾਸ, ਉਹ ਰਸ ਭਗਤ ਜਨਾਂ ਕੇ ਮਨ ਵਿਸਰਾਮ ਵਾਲਾ ਰਸ, ਉਹ ਹੀ ਵਿਗਾਸ ਰਸ ਤੋ ਚੱਖ ਲਿਆ ਹੋਵੇ ਥੋੜ੍ਹਾ ਜਿਹਾ। ਅਤੇ ਫਿਰ ਤੁਸੀਂ ਉਹਦਾ ਖਿਆਲ ਰੱਖੋਗੇ ਤਾਂ ਉੱਧਰ ਨੂੰ ਤੁਸੀਂ ਫਿਰ ਜਾਓਗੇ। ਪਰ ਧੀਰਜ ਰੱਖੋ, ਕਾਹਲੀ ਨਾ ਕਰੋ। ਅਕਸਰ ਮੈਂ ਇਹੋ ਕਹਿੰਦਾ ਹਾਂ, ਨੌਜਵਾਨ ਜ਼ਿਆਦਾ ਕਾਹਲੀ ਕਰਦੇ ਆ ਵੀ ਇਹ ਤੜਫਣ ਆਵੇਗੀ, ਇਹ ਬੇਚੈਨੀ ਵੀ ਆਵੇਗੀ। ਬਹੁਤਿਆਂ ਨੂੰ ਆ ਰਹੀ ਹੈ। ਜਦੋਂ ਉਹਦਾ ਧਿਆਨ ਸ਼ਾਂਤ ਹੁੰਦਾ ਤਾਂ ਬੜੇ ਖੁਸ਼ ਹੁੰਦੇ ਆ। ਉਨੀ ਖੁਸ਼ੀ ਵੀ ਨਾ ਕਰੋ ਵੀ ਮੈਂ ਟਿਕ ਗਿਆ, ਮੈਨੂੰ ਮਿਲ ਗਿਆ ਕੁਝ। ਜਦੋਂ ਮਿਲ ਗਿਆ ਕੁਝ, ਤੁਹਾਡੇ ਅੰਦਰ ਹੰਕਾਰ ਪੈਦਾ ਹੋ ਜਾਂਦਾ, ਤੁਸੀਂ ਬਾਹਰ ਛੇਤੀ ਭਟਕ ਜਾਂਦੇ ਹੋ। ਅਤੇ ਬਾਹਰ ਜਦੋਂ ਭਟਕ ਜਾਓ ਤਾਂ ਫਿਰ ਵੀ ਸ਼ਾਂਤੀ ਰੱਖੋ, ਸਹਿਜਤਾ ਦੇ ਨਾਲ ਨਿਕਲੋਗੇ, ਤੁਹਾਡੇ ਨਾਲ ਨਿਕਲੋਗੇ।